ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕੁਝ ਸਮਾਂ ਪਾ ਕੇ ਸਮਾਂ ਆਇਆ ਜੋਤ ਨਿਰੰਜਨੀ ਦੇ ਮਨੁੱਖੀ ਚੋਲੇ ਨੂੰ ਛੱਡ ਕੇ ਜੋਤ ਨਿਰੰਜਨੀ ਵਿੱਚ ਜਾਣ ਦਾ। ਤਦੋਂ ਗੁਰੂ ਬਾਬਾ ਸਰੀ ਤਲੇ ਜਾਏ ਬੈਠਾ। ਸਰੀ ਸੁੱਕਾ ਖੜਾ ਥਾ ਸੋ ਹਰਿਆ ਹੋਆ ਪਾਤ ਫੁੱਲ ਪਏ। ਤਬ ਗੁਰੂ ਅੰਗਦ ਪੈਰੀ ਪਿਆ ਤਬ ਮਾਤਾ ਜੀ ਬੈਰਾਗ ਲੱਗੀ ਕਰਨ। ਤਿੱਤ ਮਹਿਲ ਸਬਦ ਹੋਇਆ ਭਾਈ ਬੰਦ ਪਰਿਵਾਰ ਸਭ ਲੱਗੇ ਰੋਵਨ। ਤਦੋਂ ਰਾਗ ਵਡਹੰਸ ਵਿੱਚ ਸਬਦ ਹੋਆ ਤਬ ਸੰਗਤ ਲੱਗੀ ਸਬਦ ਗਾਵਨ ਅਲਾਣੀਆਂ। ਤਬ ਬਾਬਾ ਬਿਸਮਾਤ ਦੇ ਘਰ ਆਇਆ ਤਿੱਤ ਮਹਿਲ ਹੁਕਮ ਹੋਆ ਰਾਗ ਤੁਖਾਰੀ ਕੀਤਾ। ਬਾਬਾ ਬੋਲਿਆ 12 ਮਾਹ ਰਾਤ ਅੰਮ੍ਰਿਤ ਵੇਲਾ ਹੋਆ ਚਲਾਣੇ ਕੈ ਵਕਤ। ਤਿੱਤ ਮਹਿਲ ਜੋ ਸਬਦ ਹੋਆ ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਤਦੋਂ ਪੁੱਤਰਾ ਆਖਿਆ ਸਾਡਾ ਕਿਆ ਹਾਲ ਹੋਵੇਗਾ। ਤਬ ਗੁਰੂ ਬੋਲਿਆ ਪੁੱਤਰਾ ਜੋਗ ਆਖਿਆ ਜੋ ਬੇਟਾ ਗੁਰੂ ਕਿਆ ਕੁੱਤਿਆਂ ਨੂੰ ਵੀ ਕਮੀ ਨਹੀਂ। ਰੋਟੀਆਂ ਕੱਪੜੇ ਬਹੁਤ ਹੋਵਣਗੇ ਅਤੇ ਗੁਰੂ ਗੁਰੂ ਜਪੋਗੇ ਤਾਂ ਜਨਮ ਸਵਰੇਗਾ। ਤਬ ਹਿੰਦੂ ਮੁਸਲਮਾਨ ਨਾਉ ਤਰੀਕ ਲੱਗੇ ਆਖਣ। ਮੁਸਲਮਾਨ ਲੱਗੇ ਆਖਣ ਅਸੀਂ ਦੱਬੇਂਗੇ ਅਤੇ ਹਿੰਦੂ ਲਾਗੇ ਆਖਣ ਜੋ ਅਸੀਂ ਜਲਾਹੇਂਗੇ। ਤਬ ਬਾਬੇ ਆਖਿਆ ਜੋ ਤੁਸਾਂ ਦੋਹਾਂ ਵੱਲੀ ਫੁੱਲ ਰੱਖੋ ਦਾਣੀ ਵੱਲ ਹਿੰਦੂਆਂ ਕੇ ਰੱਖੋ ਅਤੇ ਬਾਵੀਂ ਵੱਲ ਮੁਸਲਮਾਨਾਂ ਕੇ ਰੱਖੋ। ਜਿਸ ਦੇ ਭਲਕੇ ਹਰੇ ਰਹਿਣਗੇ ਜੇ ਹਿੰਦੂਆਂ ਕੇ ਹਰੇ ਰਹਿਣ ਤਾਂ ਜਾਲੇਂਗੇ ਜੇ ਮੁਸਲਮਾਨਾਂ ਕੇ ਹਰੇ ਰਹਿਣਗੇ ਤਾਂ ਦੱਬੇਂਗੇ। ਤਬ ਬਾਬੇ ਸੰਗਤ ਨੂੰ ਹੁਕਮ ਕੀਤਾ ਕੀਰਤਨ ਪੜਨ। ਤਬ ਸੰਗਤ ਲੱਗੀ ਕੀਰਤਨ ਪੜਨ। ਤਨਾਸਰੀ ਰਾਗ ਹੋਆ ਆਰਤੀ ਗਾਵੀ ਤਿੱਤ ਮਹਿਲ ਕੀਰਤਨ ਹੋਆ ਸਬਦ। ਤਬ ਸਲੋਕ ਪੜਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਦਿਵਸ ਰਾਤ ਦੁਏ ਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਬ ਸਲੋਕ ਪੜਿਆ ਗੁਰੂ ਬਾਬੇ ਚਾਦਰ ਉੱਪਰ ਲੈ ਕਰ ਮੂੰਹੋਂ ਵਾਹਿਗੁਰੂ ਕਹਿ ਮੱਥਾ ਟੇਕਿਆ। ਜਬ ਚਾਦਰ ਉਠਾਵਨ ਕੱਛ ਨਾਹੀ ਤਦੋਂ ਫੁੱਲ ਦੋਹਾਂ ਕੇ ਹਰੇ ਰਹੇ। ਹਿੰਦੂ ਆਪਣੇ ਲੈ ਗਏ ਅਤੇ ਮੁਸਲਮਾਨ ਆਪਣੇ ਲੈ ਗਏ। ਸਰਬਤ ਸੰਗਤ ਪੈਰੀ ਪਈ। ਬੋਲੋ ਵਾਹਿਗੁਰੂ। ਸੰਮਤ 1595 ਮਿਤੀ ਅੱਸੂ ਸੁਦੀ 10 ਬਾਬਾ ਨਾਨਕ ਜੀ ਸਮਾਣੇ ਕਰਤਾਰਪੁਰ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸੰਕਲਿਤ। ਹੁਨਾਲੇ ਦੀ ਘਬਰਾਵੀ ਬਹਾਰ ਟੁਰ ਗਈ। ਬਰਸਾਤ ਦਾ ਜੀ ਮਿਚਕਾਵਾ ਮੌਸਮ ਮੁੱਕ ਗਿਆ। ਠੰਡੀ ਠੰਡੀ ਸੁਹਾਵੀ ਸੋਹਣੀ ਗੁਲਾਬੀ ਰੁੱਤ ਆ ਗਈ। ਰਾਤ ਦਾ ਸਮਾਂ ਹੈ ਚਾਂਦਨੀ ਖਿੜ ਰਹੀ ਹੈ। ਭਾਵੇਂ ਪੁੰਨਿਆ ਦਾ ਪੂਰਨ ਚੰਦ ਅਜੇ ਕੱਲ੍ਹ ਨੂੰ ਚੜ੍ਹੇਗਾ ਪਰ ਅੱਜ ਵੀ ਚਾਂਦਨੀ ਦੇ ਨਿਖਾਰ ਵਿੱਚ ਕਸਰ ਨਹੀਂ ਜਾਪਦੀ। ਇੱਕ ਘਰ ਦੀ ਧੁਰ ਛੱਤ ਉੱਤੇ ਸਾਰਾ ਪਰਿਵਾਰ ਬੈਠਾ ਹੈ। ਵੱਡੇ ਸਰਦਾਰ ਜੀ ਹੁਣੇ ਕਿਤੋਂ ਬਾਹਰੋਂ ਆਏ ਹਨ ਤੇ ਪ੍ਰਸ਼ਾਦ ਛਕ ਰਹੇ ਹਨ। ਪ੍ਰਸ਼ਾਦ ਤੋਂ ਵਿਹਲੇ ਹੋ ਕੇ ਆਪ ਬੋਲੇ ਪੰਜਾਬ ਦੇ ਸਾਰੇ ਪਿਆਰੇ ਪੁਰਾਣੇ ਰੰਗ ਟੁਰੇ ਜਾਂਦੇ ਹਨ ਤੇ ਨਵੇਂ ਰੰਗਾਂ ਨੇ ਸੋਹਣੇ ਸੁਆਦਾਂ ਅਦੋਸ਼ ਰਸਾਂ ਤੇ ਸੁਹਾਵੇ ਚਾਵਾਂ ਨੂੰ ਵੀ ਗੁਆ ਦਿੱਤਾ ਹੈ। ਵਿਸਮਾਦੀ ਰੰਗਾਂ ਰਸਾਂ ਵੱਲੋਂ ਤਾਂ ਪਿੱਠ ਹੀ ਫਿਰੀ ਜਾ ਰਹੀ ਹੈ। ਗਿਣਤੀ ਲੇਖਾਂ ਦਿਖਾਵਾਂ ਬਣਾਵਾਂ ਅਕੜਫੂੰ ਵਿੱਥ ਵਿੱਥ ਪਰੇ ਪਰੇ ਮੈਂ ਦਾ ਤੋਰਾ ਤੋੜ ਦਿੱਤਾ ਹੈ। ਜੇ ਕਿਤੇ ਕੁਝ ਡੂੰਘੀ ਵਿਦਿਆ ਹੈ ਤਾਂ ਨਿਰੀ ਖੁਸ਼ਕ ਅਕਲ ਵੱਲ ਜਾ ਰਹੀ ਹੈ ਤੇ ਜੀਵਨ ਦੇ ਦੂਸਰੇ ਹਿੱਸਿਆਂ ਨੂੰ ਭੁਲਾ ਰਹੀ ਹੈ। ਇਸ ਵਿਸ਼ੇ ਤੇ ਕਿੰਨਾ ਚਿਰ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਇੰਨੇ ਨੂੰ ਨਿੱਕੀ ਕਾਕੀ ਜੋ ਨਾਲ ਦੇ ਘਰ ਕੁੜੀਆਂ ਨਾਲ ਖੇਡਦੀ ਬੁਝਾਰਤਾਂ ਪਾਉਂਦੀ ਪਈ ਸੀ ਘਰ ਆ ਗਈ ਤੇ ਵੱਡੇ ਵੀਰ ਦੇ ਗਲ ਲਿਪਟ ਕੇ ਆਖਣ ਲੱਗੀ ਵੀਰ ਜੀ ਬੁਝਾਰਤਾਂ ਪਾਓ। ਵੀਰ ਜੀ ਹੱਸ ਪਏ ਤੇ ਭੈਣ ਨੂੰ ਗੋਦੀ ਬਿਠਾ ਲਿਆ। ਸਰਦਾਰ ਜੀ ਮੁਸਕਰਾਏ ਪਰ ਵੱਡੀ ਭੈਣ ਬੋਲੀ ਵੀਰ ਜੀ ਉਹ ਗੱਲ ਹੋਈ ਨਾ ਜੋ ਹੁਣੇ ਪਿਤਾ ਜੀ ਕਹਿ ਰਹੇ ਸਨ। ਕਿਹੇ ਸੁਆਦਲੇ ਦਿਨ ਹੁੰਦੇ ਸਨ ਜਦੋਂ ਰਾਤਾਂ ਨੂੰ ਬੈਠ ਬੁਝਾਰਤਾਂ ਪਾਈਦੀਆਂ ਸਨ ਤੇ ਸਾਰਾ ਜੱਗ ਭੁੱਲ ਜਾਂਦਾ ਸੀ। ਇੱਕ ਬੁਝਾਰਤ ਬੁੱਝੀ ਜਾਵੇ ਤਾਂ ਸੁਆਦ ਦਾ ਅੰਤ ਨਹੀਂ ਸੀ ਰਹਿੰਦਾ। ਮਾਤਾ ਬੋਲੀ ਲਾਲ ਜੀ ਜੇ ਤੁਸੀਂ ਪੱਛਮੀ ਵਿਦਿਆ ਪਾ ਗਏ ਹੋ ਤਾਂ ਸੁਆਦਲੀਆਂ ਗੱਲਾਂ ਤਾਂ ਨਾ ਛੱਡੋ। ਰੁੱਖੇ ਰੁੱਖੇ ਨਾ ਹੁੰਦੇ ਜਾਓ। ਭੈਣ ਭਰਾਵਾਂ ਦੇ ਪਿਆਰ ਤੇ ਮਿੱਠੇ ਭਾਵਾਂ ਤੋਂ ਆਪਣੇ ਆਪ ਨੂੰ ਸਖਣਾ ਨਾ ਕਰ ਲਓ। ਨਿਰੀ ਅਕਲ ਤੇ ਓਪਰੀ ਵਿਦਿਆ ਤਾਂ ਮੈਂ ਵੀ ਪਈ ਵੇਖਦੀ ਹਾਂ ਕਿ ਖਰਵਾ ਝਾਵਾਂ ਬਣਾ ਦਿੰਦੀ ਹੈ। ਧਰਮ ਭਾਵ ਤੇ ਸੁੱਚਾ ਪਿਆਰ ਤੇ ਮਨ ਵਿੱਚ ਦਰਵਨ ਦਾ ਗੁਣ ਤੇ ਅਦੋਸ਼ ਰਸ ਇਹ ਘਟਦੇ ਜਾਂਦੇ ਹਨ। ਇਹ ਬਰਖੁਰਦਾਰ ਜੀ ਇੱਕ ਹੋਣਹਾਰ ਨੌਜਵਾਨ ਸਨ ਜੋ MA ਪਾਸ ਕਰ ਚੁੱਕੇ ਸਨ ਤੇ ਵਕਾਲਤ ਪੜ੍ਹ ਰਹੇ ਸਨ।
ਪਰ ਇਹਨਾਂ ਦੀ ਵਿੱਦਿਆ ਵਿੱਚ ਲਾਇਕ ਪਿਤਾ ਨੇ ਕੁਝ ਕੁ ਰਹਿਨੁਮਾਈ ਆਪਣੇ ਹੱਥ ਰੱਖੀ ਹੋਈ ਸੀ। ਪੁੱਤਰਾਂ ਨੂੰ ਸਦਾ ਵਿੱਦਿਆ ਦੇ ਤਤਸਾਰ ਵੱਲ ਝੁਕਾਉਂਦੇ, ਉੱਚੇ ਆਦਰਸ਼ ਸਮਝਾਉਂਦੇ ਤੇ ਆਤਮ ਸੁਖ ਦੀ ਰਹਿਨੁਮਾਈ ਕਰਦੇ ਰਹਿੰਦੇ ਸਨ। ਆਪਣੀ ਪ੍ਰਾਗਲਭ ਬੁੱਧੀ ਤੇ ਸੱਚੀ ਕਰਨੀ ਤੇ ਕਰਮ ਦੀ ਰਸ ਗਇਤਾ ਕਰਕੇ ਉਹ ਬੇਟੀ ਨੂੰ ਆਪਣੇ ਅੰਤਰੀਵ ਤੇ ਬਾਹਰਲੇ ਤਜਰਬੇ ਦੀਆਂ ਮਰਮੀ ਗੱਲਾਂ ਦੱਸਣ ਦੀ ਐਸੀ ਯੋਗਤਾ ਰੱਖਦੇ ਸੀ ਕਿ ਆਪਣੀ ਡੂੰਘੀ ਵਿਚਾਰ ਬੇਟੇ ਨੂੰ ਉਹਨਾਂ ਦੇ ਅੱਗੇ ਝੁਕਾ ਦਿੰਦੀ ਤੇ ਸਫਲ ਵਿਦਵਾਨ ਤੇ ਕਰਨੀ ਵਾਲਾ ਵਿਦਵਾਨ ਬਣਾਉਣ ਵੱਲ ਪ੍ਰੇਰਦੀ ਰਹਿੰਦੀ ਸੀ। ਅੱਜ ਵੀ ਜਦ ਆਪਣੇ ਕਾਕੇ ਦੀ ਮਾਂ ਵੱਲੋਂ ਇੱਕ ਐਸਾ ਵਾਕ ਸੁਣਿਆ ਜੋ ਸੀ ਤਾਂ ਸਾਧਾਰਨ ਪਰ ਸੀ ਠੀਕ ਤੇ ਬੜੇ ਵਿਸਤਾਰ ਹੋ ਸਕਣ ਵਾਲੀ ਅਕਲਮੰਦੀ ਦਾ, ਤਾਂ ਸਰਦਾਰ ਜੀ ਲਾਲ ਜੀ ਵੱਲ ਪਿਤਰੀ ਪ੍ਰੇਮ ਵੱਲ ਤੱਕੇ ਤੇ ਬੋਲੇ, ਲਾਲ ਜੀ ਤੁਹਾਡੀ ਮਾਤਾ ਜੀ ਨੇ ਇੱਕੋ ਟੱਪਾ ਕਹਿਆ ਹੈ, ਪਰ ਉਹ ਸੰਗੀਤਕ ਹੈ, ਉਸ ਵਿੱਚ ਅਕਲ ਵੀ ਹੈ ਤੇ ਰਸ ਵੀ, ਤਿਆਗ ਵੀ ਹੈ ਤੇ ਸਵਾਦ ਵੀ। ਬੇਟਾ, ਕਿਵੇਂ ਪਿਤਾ ਜੀਓ? ਪਿਤਾ, ਲਾਲ, ਇਨਸਾਨ ਇੱਕ ਮਿਸ਼ਰਤ ਸ਼ੈ ਹੈ, ਕਿਸੇ ਇੱਕ ਆਸ਼ੇ, ਭਾਵ ਜਾਂ ਵਸਤੂ ਦਾ ਬਣਿਆ ਨਹੀਂ। ਇਸ ਦੇ ਅੰਦਰ ਵਲਵਲੇ ਹਨ, ਮਨ ਹੈ, ਮਨ ਦੇ ਉਛਾਲ ਹਨ, ਫਿਰ ਬੁੱਧੀ ਦੀ ਰਹਿਨੁਮਾਈ ਸੇਧ ਬਜਵੀ ਤੇ ਰੁੱਖੀ ਰੁੱਖੀ ਹੁੰਦੀ ਹੈ। ਫਿਰ ਸਾਡੇ ਅੰਦਰ ਦਇਆ ਹੈ, ਤਿਆਗ ਹੈ, ਪ੍ਰੇਮ ਹੈ, ਉਤਸ਼ਾਹ ਹੈ, ਸੁੰਦਰਤਾ ਦੇ ਝਲਕੇ ਤੇ ਕੋਈ ਮਨ ਪਰ ਪ੍ਰਤੀਤ ਦੇਣ ਵਾਲਾ ਰਸ ਅਨੁਭਵ ਹੈ। ਆਪੇ ਵਿੱਚ ਟਿਕਾਊ ਦੀ ਕੋਈ ਹਾਲਤ ਹੈ, ਉਸ ਵਿੱਚ ਠੰਡ, ਸੁਆਹ ਤੇ ਮਗਨਤਾ ਹੈ। ਸੋ ਕਈ ਗੱਲਾਂ ਦਾ ਸੰਗਮ ਹੈ ਇਨਸਾਨ। ਪੁੱਤਰ, ਜ਼ਰਾ ਖੋਲ ਕੇ ਦੱਸੋ ਨਾ ਜੀ। ਪਿਤਾ, ਸਾਡੇ ਅੰਦਰ ਇੱਕ ਤਾਂ ਵਲਵਲੇ ਉਹ ਹਨ ਜੋ ਪਸ਼ੂਆਂ ਨਾਲ ਸਾਂਝੇ ਹਨ। ਇਹਨਾਂ ਨੂੰ ਹੱਦਬੰਦੀ ਵਿੱਚ ਰੱਖਣ ਵਾਸਤੇ ਤੇ ਦਰੁਸਤ ਵਰਤਾਓ ਵਿੱਚ ਵਰਤਣ ਵਾਸਤੇ ਹੈ ਅਕਲ ਜਾਂ ਬੁੱਧੀ। ਅਕਲ ਮਾਂਜੀ ਦੀ ਹੈ ਵਿੱਦਿਆ ਨਾਲ ਤੇ ਨਿਜ ਤਜਰਬੇ ਨਾਲ, ਪਰ ਅਕਲ ਨਾਲ ਮਨ ਦੇ ਵਲਵਲੇ ਨੂੰ ਰੋਕਾ ਪਾਉਂਦਿਆਂ ਇੱਕ ਰੁੱਖਾਪਨ ਤੇ ਗਮਰੂਟਤਾ ਜਿਹੀ ਆ ਜਾਂਦੀ ਹੈ। ਇਹ ਗਮਰੂਟਤਾ ਵਧੇ ਤਾਂ ਸਰੀਰ ਤੇ ਮਨ ਰੋਗੀ ਕਰ ਦੇਣ ਦਾ ਅਸਰ ਵੀ ਰੱਖਦੀ ਹੈ। ਇਸ ਦੇ ਖਰਵਾਪਨ ਤੇ ਕੋਰਾਪਨ ਨੂੰ ਨਰਮ ਕਰਨ ਲਈ ਤੇ ਉੱਚੇ ਰਸਾਂ ਵਿੱਚ ਪ੍ਰਵੇਸ਼ ਕਰਨ ਲਈ ਫਿਰ ਉੱਥੇ ਵਲਵਲਿਆਂ ਨਾਲ ਅਕਲ ਨੂੰ ਰੰਗੀਦਾ ਹੈ। ਇਸ ਰੰਗਲ ਨਾਲ ਮਨ ਸੋਹਣੀ ਰੋਕ ਵਿੱਚ ਵੀ ਆ ਜਾਂਦਾ ਹੈ, ਅਰੋਗ ਵੀ ਰਹਿੰਦਾ ਹੈ ਤੇ ਜੀਵਨ ਦਾ ਰਸ ਵੀ ਮਾਣੀਦਾ ਹੈ। ਹਾਂ, ਆਪਾਂ ਉੱਚਾ ਹੋ ਕੇ ਉੱਚੇ ਰਸਾਂ ਨੂੰ ਮਾਣਦਾ ਹੈ, ਜਿਸ ਤੋਂ ਅੱਗੇ ਫਿਰ ਆਤਮ ਸੁੱਖ ਦੱਸੀਦਾ ਹੈ। ਪੱਛਮੀ ਵਿੱਦਿਆ ਦੀ ਜਿੱਥੋਂ ਤਾਈਂ ਇਹ ਹੁਣ ਤਾਈਂ ਅਪੜੀ ਹੈ ਜਾਂ ਸਾਡੇ ਲੋਕਾਂ ਪੜ੍ਹੀ ਹੈ, ਵੱਡੀ ਕਮੀ ਇਹ ਹੈ ਕਿ ਇਹ ਅਕਲ ਜਾਂ ਦਲੀਲ ਤੇ ਜਾ ਕੇ ਬਸ ਕਹਿ ਕੇ ਅੱਗੇ ਦਾ ਦਰ ਖਟਖਟਾਉਣੋਂ ਰੁਕ ਖੜਾਉਂਦੀ ਹੈ ਤੇ ਖਰਵੀ ਹੋ ਕੇ ਹੋਰ ਉਚੇਰੀ ਗੱਲ ਨੂੰ ਟਿਚਕਰਾਂ ਕਰਨ ਵੱਲ ਲੈ ਜਾਂਦੀ ਹੈ। ਜਾਂ ਜੇ ਠੀਕ ਟੁਰੇ ਤਾਂ ਆਦਮੀ ਨੂੰ ਕੁਛ ਵੱਖਰਾ, ਅਡਰਾ ਰਹਿਣੇ ਵਾਲਾ, ਰੁੱਖਾ ਰੁੱਖਾ ਜਿਹਾ ਬਣਾ ਕੱਢਦੀ ਹੈ। ਆਮ ਤੌਰ ਤੇ ਇਸ ਨਾਲ ਖੁਦੀ ਤੇ ਖੁਦਗਰਜ਼ੀ ਵੱਧ ਰਹੀ ਦਿਸ ਰਹੀ ਹੈ। ਜਾਂ ਸ਼ਾਇਦ ਇਉਂ ਆਖਣਾ ਵਧੇਰੇ ਠੀਕ ਹੈ ਕਿ ਲੋਕੀ ਪੱਛਮੀ ਵਿੱਦਿਆ ਇੰਨੀ ਥੋੜ੍ਹੀ ਪਾਉਂਦੇ ਹਨ ਕਿ ਆਪਣੀ ਇਸ ਤੋਂ ਸਿੱਖਿਅਤ ਹੋਈ ਅਕਲ ਨੂੰ ਸੰਪੂਰਨ ਜੀਵਨ ਸਮਝ ਕੇ ਅਟਕ ਖੜਾਉਂਦੇ ਹਨ। ਪਰ ਲਾਲ ਜੀਓ, ਅਸੀਂ ਨਿਰੀ ਬੁੱਧੀ ਨਹੀਂ, ਨਾ ਨਿਰਾ ਮਨ ਹਾਂ। ਅਸੀਂ ਮਨ ਵੀ ਹਾਂ ਤੇ ਬੁੱਧੀ ਵੀ ਹਾਂ ਤੇ ਹੋਰ ਉਚੇਰੇ ਵੀ ਹਾਂ, ਜੋ ਸਾਨੂੰ ਉਚੇਰਾ ਜੀਵਨ ਜ਼ਰੂਰ ਲੱਭਣਾ ਚਾਹੀਏ। ਸਾਡਾ ਪਹਿਲਾ ਆਪਾ ਸਧਾਰਨ ਵਲਵਲਿਆਂ ਵਾਲਾ ਸਾਨੂੰ ਪਸ਼ੂ ਸ਼੍ਰੇਣੀ ਤੋਂ ਉੱਚਾ ਨਹੀਂ ਬਣਾਉਂਦਾ। ਉਸ ਨਾਲ ਅਸੀਂ ਸਰੀਰਕ ਸੁਆਦਾਂ ਦੇ ਮਾਨਣ ਤੱਕ ਅਪੜਦੇ ਹਾਂ। ਅਕਲ ਸਾਨੂੰ ਉਹਨਾਂ ਤੋਂ ਉੱਚਾ ਬਣਾਉਂਦੀ ਹੈ ਤੇ ਆਪੇ ਨੂੰ ਸਮਝਣ, ਉਸ 'ਤੇ ਕਾਬੂ ਪਾਉਣ ਤੇ ਉਸ ਨੂੰ ਅਦਲ ਤੇ ਤੋਲ ਵਿੱਚ ਤੁਰਨ ਦੀ ਜਾਚ ਦੱਸਦੀ ਹੈ। ਅਕਲ ਬੜੀ ਸ਼ੈ ਹੈ, ਪਰ ਅਕਲ ਸਾਡੀ ਸਰਬੱਗੇ ਨਹੀਂ। ਨਾ ਸਾਡਾ ਸਾਰਾ ਜੀਵਨ ਨਿਰਾ ਬੁੱਧੀ ਮਾਤਰ ਹੈ। ਬੁੱਧੀ ਸਾਨੂੰ ਸਾਡੇ ਜੀਵ ਸ਼੍ਰੇਣੀ ਵਾਲੇ ਵਲਵਲਿਆਂ 'ਤੇ ਕਾਬੂ ਸਿਖਾਲਦੀ ਹੈ। ਉਹ ਕਾਬੂ ਕਈ ਵੇਰ ਇੰਨਾ ਕਰੜਾ ਤੇ ਜੜ ਹੋ ਕੇ ਪੈਂਦਾ ਹੈ ਕਿ ਅੰਦਰ ਕਈ ਪ੍ਰਕਾਰ ਦੀਆਂ ਬੱਝਾਂ ਪੈ ਕੇ ਮਨ ਦੀ ਅਰੋਗਤਾ ਨਾਸ਼ ਹੋ ਜਾਂਦੀ ਹੈ ਤੇ ਕਈ ਵੇਰ ਉਹ ਸਰੀਰ ਰੋਗੀ ਕਰ ਦਿੰਦੀ ਹੈ। ਇਸ ਲਈ ਸਤਿਗੁਰਾਂ ਨੇ ਉੱਚੇ ਭਾਵਾਂ ਵਿੱਚ ਜਾਣਾ ਦੱਸਿਆ ਹੈ। ਇਹ ਸਾਡੇ ਵਲਵਲਿਆਂ ਨੂੰ ਬੁਝਾ ਕੇ ਮੁਰਦਾ ਨਹੀਂ ਕਰਦੇ, ਸਗੋਂ ਉਹਨਾਂ ਨੂੰ ਅਕਲ ਦੇ ਬਾਰੇ ਵਿੱਚੋਂ ਖਿੱਚ ਕੇ ਤੇ ਫਿਰ ਕੋਮਲ ਤੇ ਉੱਚਿਆਂ ਕਰਕੇ ਸਾਨੂੰ ਕਿਸੇ ਰਸ ਵਿੱਚ ਰੱਖਦੇ ਹਨ ਤੇ ਆਪਾਂ ਸਰੀਰਕ ਰਸ ਮਾਨਣ ਅਤੇ ਬੁੱਧੀ ਦੇ ਸਿਖਾਏ ਤਿਆਗਾਂ ਤੋਂ ਉੱਚਾ ਉੱਠ ਕੇ ਆਪੇ ਦੇ ਅਨੁਭਵ ਵਿੱਚ ਰਸ ਲੈਂਦਾ ਹੈ ਤੇ ਇਸ ਸਵੈ ਅਨੁਭਵ ਤੋਂ ਅਗੇਰੇ ਪਰਮਾਤਮਾ ਦੀ ਸ਼ਰਨ ਜਾਂ ਮੇਲ ਦੇ ਰਸ ਵਿੱਚ ਜਾਂਦਾ ਹੈ। ਮੇਰਾ ਮਤਲਬ ਇਹ ਹੈ ਕਿ ਇਨਸਾਨ ਜੋ ਆਪਣੀ ਤਰੱਕੀ ਸਰਬ ਅੰਗਾਂ ਵਿੱਚ ਕਰਦਾ ਹੈ, ਉਹ ਫਿਰ ਇੱਕ ਸ਼ਖਸੀਅਤ ਬਣ ਜਾਂਦਾ ਹੈ। ਨਿਰੀ ਇੱਕ ਪੱਖ ਦੀ ਤਰੱਕੀ ਇਸ ਨੂੰ ਇੱਕ ਵਾਸੀ ਤਰੱਕੀ ਦਿੰਦੀ ਹੈ। ਇਹ ਇੱਕ ਵਿਅਕਤੀ ਮਾਤਰ ਬਣਾਉਂਦੀ ਹੈ, ਪਰ ਇਨਸਾਨ ਵਿੱਚ ਸਾਰੀਆਂ ਤਾਕਤਾਂ ਹੋਣ ਕਰਕੇ ਸਾਰਿਆਂ ਦੇ ਪਰਸਪਰ ਯੋਗ ਮਿਲਾਪ
ਤੇ ਯੋਗ ਉਨਤੀ ਨਾਲ ਹੀ ਇਨਸਾਨ ਪੂਰੀ ਤਰੱਕੀ ਕਰ ਸਕਦਾ ਹੈ। ਸਾਰੀਆਂ ਤਾਕਤਾਂ ਦੇ ਮੁਨਾਸਬ ਹੋਣ ਨਾਲ ਇਨਸਾਨ ਦਾ ਪੁਰਖਤਾ ਸ਼ਖਸੀਅਤ ਬਣਦੀ ਹੈ, ਜੋ ਇੱਕ ਜਿਉਂਦੀ ਜਾਗਦੀ ਅਰੋਗ ਸਰਬ ਗੁਣਾਂ ਵਿੱਚ ਉਨਤ ਇਨਸਾਨੀ ਕਮਾਲ ਦੀ ਹਾਲਤ ਹੈ। ਐਸੇ ਉਨਤ ਪੁਰਖ ਨੂੰ 10ਵੇਂ ਪਾਤਸ਼ਾਹ ਨੇ ਖਾਲਸਾ ਆਖਿਆ। ਖਾਲਸਾ ਇੱਕ ਆਦਰਸ਼ਕ ਹਰ ਪਹਿਲੂ ਵਿੱਚ ਉਨਤ ਸ਼ਖਸੀਅਤ ਦਾ ਨਾਮ ਹੈ। ਲਾਲ ਜੀ, ਇਹ ਜ਼ਰਾ ਲੰਮੇ ਵੇਰਵੇ ਵਾਲਾ ਹਾਲ ਹੈ, ਕਦੇ ਫੇਰ ਸਹੀ। ਸੰਖੇਪ ਗੱਲ ਇਹ ਹੈ ਕਿ ਬੁੱਧੀ ਦੀ ਮਾਂਝ ਨਾਲ ਸਧਾਰਨ ਵਲਵਲੇ ਤੇ ਭਾਵਾਂ ਨੂੰ ਉੱਚਾ ਕਰਨਾ ਚਾਹੀਏ ਤੇ ਬੁੱਧੀ ਨੂੰ ਮਾਂਜਦਿਆਂ ਸਾਨੂੰ ਅਦੋਸ਼ ਰਸਾਂ, ਮਾਸੂਮ ਸੁਆਦਾਂ ਨੂੰ ਨਾਲ ਰੱਖਣਾ ਚਾਹੀਏ ਤੇ ਉੱਚੇ ਭਾਵਾਂ ਵੱਲ ਮਨ ਦੀ ਗਤੀ ਨੂੰ ਲੈ ਜਾਣਾ ਚਾਹੀਏ ਤੇ ਵਿਸਮਾਦ ਰਸ ਦੀ ਛੂਹ ਪ੍ਰਾਪਤ ਕਰਨੀ ਚਾਹੀਏ। ਇੱਧਰ ਆਪਣੇ ਭਾਵਾਂ ਨੂੰ ਗਮਰੁੱਠ ਕਰਨਾ, ਕੱਟਣਾ, ਮਾਰ ਦੇਣਾ, ਆਪੇ ਨੂੰ ਇਉਂ ਕੱਟਣਾ ਹੈ ਜਿਵੇਂ ਪਿਉਂਦੀ ਬੂਟੇ ਦੇ ਹੇਠਲੇ ਪੇੜ ਨੂੰ ਕੱਟਣਾ ਹੈ। ਬੁੱਧੀ ਨੂੰ ਨਾ ਵਰਤਣਾ ਤੇ ਹੇਠਲੇ ਵਲਵਲਿਆਂ ਨੂੰ ਖੁੱਲ੍ਹ ਦੇ ਕੇ ਮੁੜ ਕੇ ਪਸ਼ੂ ਬਣਨਾ ਹੈ ਤੇ ਆਪੇ ਨੂੰ ਪਸ਼ੂ ਰੱਖਣਾ ਹੈ। ਦੋਹਾਂ ਨੂੰ ਇੱਕ ਦੂਜੇ ਨਾਲ ਕਿਸੇ ਟਿਕਾਣੇ 'ਤੇ ਲਿਆ ਕੇ ਦੋਹਾਂ ਤੋਂ ਉਚੇਰੇ ਉੱਠ ਕੇ ਆਪੇ ਦੇ ਰਸ ਵਿੱਚ ਨਾ ਜਾਣਾ, ਆਪਣੇ ਆਪ ਨੂੰ ਧੋਖੇ ਵਿੱਚ ਰੱਖਣਾ ਹੈ। ਆਪੇ ਵਿੱਚ ਆਪ ਨੂੰ ਅਨੁਭਵ ਕਰਕੇ ਪਰਮ ਆਪੇ ਵਿੱਚ ਹੋਰ ਉੱਚੇ ਨਾ ਉੱਠ ਸਕਣਾ, ਸਦਾ ਦੇ ਆਨੰਦ ਵਿੱਚ ਨਾ ਅੱਪੜ ਸਕਣਾ ਹੈ। ਵੱਡੀ ਭੈਣ ਬੋਲੀ, ਵੀਰ ਜੀ, ਬਾਪੂ ਜੀ ਨੇ ਡਾਢੀ ਸੋਹਣੀ ਗੱਲ ਆਖੀ ਹੈ ਤੇ ਡਾਢੀ ਉੱਚੀ ਆਖੀ ਹੈ। ਚਾਹੋ ਸਾਰੀ ਤਾਂ ਸਾਡੀ ਸਮਝ ਤੋਂ ਉਚੇਰੀ ਹੈ, ਪਰ ਮੇਰੀ ਨਿੱਕੀ ਜਿਹੀ ਗੱਲ ਇਸ ਵਿੱਚੋਂ ਵੀ ਨਿਕਲੀ ਹੈ ਕਿ ਅਦੋਸ਼ ਚਾਵਾਂ ਤੇ ਸੁਆਦਾਂ ਦਾ ਤਿਆਗ ਕਰਨਾ ਕੋਈ ਤਰੱਕੀ ਵਾਲੀ ਗੱਲ ਨਹੀਂ। ਸੋ ਮੈਂ ਇੱਕ ਇਹੋ ਜਿਹੀ ਗੱਲ ਪਰ ਓਪੜਾ ਵਾਲੀ ਗੱਲ ਕਰਦੀ ਹਾਂ। ਗੱਲ ਚੱਲੀ ਸੀ ਬੁਝਾਰਤਾਂ ਦੀ, ਸੋ ਮੈਂ ਇੱਕ ਬੁਝਾਰਤ ਉੱਚੀ ਕਿਸਮ ਦੀ ਪਾਉਂਦੀ ਹਾਂ, ਤੁਸੀਂ ਉਸ ਨੂੰ ਖੋਲ੍ਹੋ, ਜਿਸ ਵਿੱਚ ਅਕਲ ਵੀ ਖਰਚ ਹੋਵੇ ਤੇ ਸਵਾਦ ਵੀ ਆਵੇ। ਮਨ ਦਾਤਾ ਖਿਆਲ ਜਾਵੇ ਸਤਿਗੁਰਾਂ ਦੇ ਪਿਆਰ ਵੱਲ, ਉਹਨਾਂ ਦੀ ਕਰਨੀ ਮਿਹਰ ਵੱਲ ਤੇ ਖੁੱਲ੍ਹੇ ਬੁਝਾਰਤ। ਵੱਡੇ ਸਰਦਾਰ ਜੀ ਬੋਲੇ, ਚੰਗੀ ਗੱਲ ਹੈ, ਪਾਓ ਅਸੀਂ ਵੀ ਸੁਣੀਏ। ਵੱਡੇ ਵੀਰ ਜੀ ਬੋਲੇ, ਪਿਤਾ ਜੀ ਨੇ ਬੜੀ ਅਮੋਲਕ ਸੁਮੱਤ ਦਿੱਤੀ ਹੈ ਤੇ ਭੈਣ ਜੀ ਨੇ ਸੋਹਣੀ ਡੋਲ ਫੜੀ ਹੈ, ਆਓ ਫਿਰ ਪਾਓ ਬੁਝਾਰਤ। ਭੈਣ, ਵੀਰ ਜੀ, ਮਿੱਥ ਲਓ ਕਿ ਸੂਰਜ ਪ੍ਰਕਾਸ਼ ਸੂਰਜ ਲੋਕ ਦੀ ਸੈਰ ਨੂੰ ਚੜ੍ਹ ਗਿਆ। ਜਨਮ ਸਾਖੀਆਂ ਕਲਬ ਬ੍ਰਿਛਾਂ ਦੀਆਂ ਸ਼ਾਖਾ ਵਿੱਚ ਲੁਕ ਬੈਠੀਆਂ। ਗੁਰਬਿਲਾਸ ਗੁਰਪੁਰੀ ਦੀ ਯਾਤਰਾ ਨੂੰ ਚਲੇ ਗਏ। ਪੰਥ ਪ੍ਰਕਾਸ਼ ਧਰੂ ਚਾਨਣੇ ਵਿੱਚ ਉਸ ਦੀਆਂ ਰਿਸ਼ਮਾਂ ਦੇ ਉੱਲੇ ਜਾ ਲੁਕੇ। ਪਰਚੀਆਂ ਪ੍ਰਸੰਗ ਸਾਰੇ ਅਨਲੱਭ ਬਾਗ ਵਿੱਚ ਲੁਕ ਗਏ। ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀਆਂ ਪੋਥੀਆਂ ਅਰਸ਼ੀ ਚਲੀਆਂ ਗਈਆਂ। ਅਨਿਆ ਦੇਸ਼ੀ ਤੇ ਅਨ ਭਾਸ਼ਾ ਦੇ ਲੇਖ ਸਾਰੇ ਲੋਪ ਹੋ ਗਏ। ਫਿਰ ਵੀ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਬਤ ਸਾਨੂੰ ਕੁਝ ਦੱਸ ਸਕੋਗੇ ਕਿ ਨਹੀਂ? ਵੀਰ, ਕਿਉਂ ਨਹੀਂ, ਮੈਨੂੰ ਸਾਰਾ ਜੀਵਨ ਯਾਦ ਹੈ। ਭੈਣ, ਇਉਂ ਨਹੀਂ, ਮਿੱਥ ਲਓ ਕਿ ਆਕਾਸ਼ ਤੋਂ ਕੋਈ ਅਪਸਰਾ ਆ ਕੇ, ਕੋਈ ਪਾਣੀ ਸਾਬਣ ਲਾ ਕੇ ਤੁਹਾਡੇ ਦਿਮਾਗ ਦੇ ਤਖਤੇ ਤੋਂ ਇਹ ਸਾਰੀ ਯਾਦ ਵੀ ਧੋ ਲੈ ਜਾਵੇ। ਵੀਰ, ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤਾਂ ਜੁਗੋ ਜੁਗ ਅਟਲ ਸਾਡੇ ਪਾਸ ਹੋਣਗੇ ਨਾ? ਭੈਣ, ਹਾਂ ਵੀਰ ਜੀ। ਵੀਰ, ਫੇਰ ਤਾਂ ਕਈ ਗੱਲਾਂ ਮੈਂ ਦੱਸ ਸਕਾਂਗਾ। ਭੈਣ, ਕੀਕੂ, ਸ੍ਰੀ ਗ੍ਰੰਥ ਸਾਹਿਬ ਜੀ ਵਿੱਚ ਤਾਂ ਮਹਾਰਾਜ ਦੀ ਬਾਣੀ ਹੈ, ਜੀਵਨ ਤਾਂ ਨਹੀਂ ਹੈ। ਵੀਰ, ਠੀਕ ਹੈ, ਤੁਸਾਂ ਨੂੰ ਯਾਦ ਹੋਊ। ਕਈ ਵਰੇ ਹੋਏ ਤਾਂ ਅਸਾਂ ਖਾਲਸਾ ਸਮਾਚਾਰ ਵਿੱਚ ਕਿਸੇ ਮੁੱਖ ਲੇਖ ਵਿੱਚ ਪੜ੍ਹਿਆ ਸੀ ਕਿ ਸਿੱਖ ਮਜ਼ਹਬ ਦਾ ਕੇਂਦਰੀ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਅਰਥਾਤ ਇਸ ਧਰਮ ਦੀ ਟੇਕ ਨਿਰੀ ਇਸ ਦੇ ਬਾਣੀਆਂ ਦੇ ਇਤਿਹਾਸ ਪਰ ਨਹੀਂ, ਸਗੋਂ ਉਸ ਬਾਣੀ ਪਰ ਹੈ ਜੋ ਵਾਹਿਗੁਰੂਆਂ ਤੋਂ ਗੁਰਾਂ ਨੂੰ ਅਨੁਭਵ ਹੋਈ ਤੇ ਗੁਰਾਂ ਨੇ ਸੰਸਾਰ ਨੂੰ ਦਿੱਤੀ। ਸੋ ਭਾਵੇਂ ਸੱਚਾ ਇਤਿਹਾਸ ਸਾਡੇ ਮਜ਼ਹਬ ਦੀ ਤਰੱਕੀ ਦਾ ਔਰ ਗਿਆਨ ਖੋਜ ਦਾ ਜ਼ਰੂਰੀ ਅੰਗ ਤਾਂ ਹੈ, ਪਰ ਕੇਂਦਰੀ ਆਧਾਰ ਤੁਰਕੀ ਬਾਣੀ ਹੈ। ਭੈਣ ਜੀ, ਅਸੀਂ ਹੋਰ ਪਾਸੇ ਟੁਰ ਪਏ। ਵੀਰ, ਨਹੀਂ ਜੀ, ਮੈਂ ਇਹੋ ਦੱਸਣ ਲੱਗਾ ਹਾਂ ਕਿ ਇਸ ਧੁਰ ਦੀ ਬਾਣੀ ਵਿੱਚ ਲੱਗਦੇ ਹੱਥ ਕਈ ਐਸੇ ਜ਼ਿਕਰ ਆ ਗਏ ਹਨ ਜਿਨ੍ਹਾਂ ਵਿੱਚੋਂ ਸਤਿਗੁਰਾਂ ਦੇ ਜੀਵਨ ਪਰ ਚਾਨਣਾ ਪੈਂਦਾ ਹੈ, ਸਗੋਂ ਇਸ ਵਿਸ਼ੇ 'ਤੇ ਅੰਦਰਲੀ ਉਗਾਹੀ ਮਿਲਦੀ ਹੈ। ਭੈਣ ਜੀ, ਇਹੋ ਬੁਝਾਰਤ ਤਾਂ ਮੈਂ ਪਾਈ ਹੈ, ਤੁਸੀਂ ਬੁੱਝੋ ਨਾ। ਵੀਰ, ਸਤ ਬਚਨ। ਪਹਿਲੀ ਗੱਲ ਤਾਂ ਇਹ ਗੁਰੂ ਜੀ ਦਾ ਅਸਲੀ ਅੰਦਰਲਾ ਜੀਵਨ, ਉਹਨਾਂ ਦਾ ਮਨ, ਇਹ ਗੁਰਬਾਣੀ ਹੈ। ਜੋ ਕਿਸੇ ਸੱਚੇ ਪੁਰਖ ਦਾ ਹਿਰਦਾ ਹੁੰਦਾ ਹੈ, ਉਹੀ ਉਸ ਦੇ ਵਾਕ ਦੇ ਕੰਮ ਹੁੰਦੇ ਹਨ। ਜਿਵੇਂ ਸਾਨੂੰ ਪਿਤਾ ਜੀ ਨੇ ਸਮਝਾਇਆ ਸੀ ਤੇ ਮੈਨੂੰ ਬਾਣੀ ਪੜ੍ਹ ਕੇ ਆਪ ਵੀ ਥੋ ਪਿਆ ਹੈ, ਉਹ ਇਹ ਹੈ ਕਿ ਇਹ ਬਾਣੀ ਸਤਿਗੁਰੂ ਦਾ ਹਿਰਦਾ ਹੈ ਤੇ ਇਸ ਅਨੁਸਾਰ ਉਹਨਾਂ ਦੇ ਜੀਵਨ ਕਰਤੱਵ ਹਨ। ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਇੱਕ ਲਗਾਤਾਰ ਚਾਲ, ਇੱਕ ਲਗਾਤਾਰ ਰੂਪ, ਇੱਕ ਲਗਾਤਾਰ ਧੁਨ, ਇੱਕ ਲਗਾਤਾਰ ਅਮੂਰਤ ਮੂਰਤੀ ਹੈ
ਜਿਸ ਵਿੱਚ ਬੇਨਤੀ, ਬਿਰਹੋਂ, ਨਿਰਮਲ ਭੈ, ਗਿਆਨ, ਸੇਵਾ, ਸ਼ਰਧਾ, ਪਿਆਰ, ਪ੍ਰੇਮ, ਭਗਤੀ ਤੇ ਅਨਕ ਅਰੰਗ ਰੰਗ ਹਨ। ਹਾਂ, ਇਸ ਵਿੱਚ ਇੱਕ ਲਗਾਤਾਰ ਸੰਗੀਤ, ਇੱਕ ਲਗਾਤਾਰ ਕਾਵ ਰਸ, ਇੱਕ ਲਗਾਤਾਰ ਚਾਨਣ, ਇੱਕ ਲਗਾਤਾਰ ਰਸ ਮਸਤੀ, ਰਸ ਝੂਮ, ਰਸ ਸਰੂਰ, ਰਸ ਲੀਨਤਾ ਦਾ ਦਰਸ਼ਨ ਹੈ। ਇਹੋ ਗੁਰੂ ਨਾਨਕ ਹਿਰਦਾ ਹੈ, ਇਹੀ ਉਹਨਾਂ ਦਾ ਇਤਿਹਾਸ ਤੇ ਇਹੀ ਇਲਾਹੀ ਗਿਆਨ ਹੈ। ਇਹੀ ਰੱਬੀ ਨਾਦ ਤੇ ਸਰੋਧ ਹੈ। ਇਹ ਗੁਰੂ ਹਿਰਦੇ ਉੱਪਰ ਸਾਈਂ ਵੱਲੋਂ ਪ੍ਰਕਾਸ਼ਿਆ ਗਿਆਨ ਹੈ। ਗੁਰਾਂ ਦਾ ਹਿਰਦਾ ਹੋ ਰਹਿਤ ਤੇ ਨਿਰੋਲ ਨਿਰਮਲ ਹੋਣ ਕਰਕੇ ਇਹ ਗਿਆਨ ਉੱਥੇ ਇਉਂ ਪ੍ਰਕਾਸ਼ਿਆ ਕਿ ਹੂ ਬਹੂ ਜਿਉਂ ਕਾ ਤਿਉਂ, ਜਿਵੇਂ ਸ਼ੀਸ਼ੇ ਵਿੱਚੋਂ ਮੂਰਤ ਪ੍ਰਕਾਸ਼ਦੀ ਹੈ, ਜਿਉਂ ਕਿ ਤਿਉਂ ਬਾਣੀ ਗੁਰੂ ਹਿਰਦੇ ਰੂਪੀ ਸ਼ੀਸ਼ੇ ਵਿੱਚ ਜੜੀ ਗਿਆਨ ਦੀ ਮੂਰਤੀ ਹੈ। ਹਾਂ, ਇਹ ਵਾਹਿਗੁਰੂ ਦਾ ਗਿਆਨ ਹੈ, ਗੁਰੂ ਦਾ ਹਿਰਦਾ ਹੈ ਤੇ ਇਉਂ ਉਹਨਾਂ ਦਾ ਰੂਪ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਏ ਰੱਬੀ ਗਿਆਨ ਤੇ ਗੁਰੂ ਹਿਰਦੇ ਦਾ ਇੱਕ ਪ੍ਰਤੱਖ ਦਰਸ਼ਨ। ਸੋ ਇਸ ਗੁਰੂ ਹਿਰਦੇ ਵਿੱਚ ਚਿੱਤ ਸਮਾਇਆ, ਅਸੀਂ ਗੁਰੂ ਹਿਰਦੇ ਦਾ ਰੰਗ ਆਪਣੇ ਪਰ ਲਵਾਂਗੇ। ਚਿੱਤ ਵਿੱਚ ਚਿੱਤ ਸਮਾਇਆ ਸਾਡੀ ਸੂਰਤ ਦੀ ਉੱਚਤਾ ਹੋਣੀ ਹੈ। ਚਿੱਤੇ ਚਿੱਤ ਸਮਾਇਆ ਰੰਗ ਚੜ੍ਹਦਾ ਹੈ। ਹੁਣ ਵਿਚਾਰ ਲਓ ਕਿ ਗੁਰੂ ਹਿਰਦਾ ਰੂਪੀ ਇਤਿਹਾਸ ਤਾਂ ਜੀਵਾਂ ਦੇ ਰਚੇ ਇਤਿਹਾਸਾਂ ਵਿੱਚ ਨਹੀਂ, ਉਹ ਇਤਿਹਾਸ ਤਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ, ਜੋ ਸਦਾ ਗੁਰ ਉਰ ਸ਼ੀਸ਼ਾ ਹਨ ਤੇ ਸਾਨੂੰ ਵਧੇਰੇ ਲੋੜ ਵੀ ਗੁਰ ਉਰ ਇਤਿਹਾਸ ਦੀ ਹੀ ਹੈ। ਭੈਣ, ਠੀਕ ਹੈ, ਸਵਾਦ ਆ ਗਿਆ, ਪਰ ਸਤਿਗੁਰਾਂ ਦੀ ਜੀਵਨ ਕਿਰਿਆ ਬਾਬਤ ਵੀ ਤੁਸੀਂ ਵੇਰਵੇ ਤੇ ਪਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੇ ਸਕਦੇ ਹੋ। ਵੀਰ, ਮੈਨੂੰ ਬਾਣੀ ਦੀ ਬਹੁ ਗਮਤਾ ਨਹੀਂ, ਪਰ ਅਨੇਕਾਂ ਗੱਲਾਂ ਪਰ ਰੋਸ਼ਨੀ ਬਾਣੀ ਤੋਂ ਪੈਂਦੀ ਹੈ। ਸਤਿਗੁਰੂ ਦਾ ਸਮਾਂ। ਭੈਣ, ਭਲਾ ਦੱਸੋ, ਸਤਿਗੁਰੂ ਦੀ ਸੰਸਾਰ ਯਾਤਰਾ ਦਾ ਸਮਾਂ ਤੁਸੀਂ ਕਿੱਕੋਂ ਦੱਸ ਸਕੋਗੇ? ਮੈਂ ਕਹਿੰਦੀ ਹਾਂ, ਉਹਨਾਂ ਨੂੰ 10,000 ਬਰਸ ਬੀਤ ਗਿਆ ਹੈ। ਵੀਰ ਮੁਸਕਰਾ ਕੇ, ਉਂਝ ਤਾਂ ਸਤਿਗੁਰੂ ਆਦਿ ਜੁਗਾਦ ਤੋਂ ਹਨ, ਪਰ ਇਸ ਵੇਰ ਦੇ ਸਰੀਰ ਨਾਟ ਵਿੱਚ ਆਇਆਂ ਨੂੰ 450 ਸਾਲ ਹੀ ਬੀਤਿਆ ਹੈ। ਭੈਣ, ਕਿਵੇਂ? ਵੀਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਦਿ ਪਾਤਸ਼ਾਹੀਆਂ ਦੇ ਸ਼ਬਦ ਹਨ, ਜਿਨ੍ਹਾਂ ਵਿੱਚ ਗੁਰੂ ਬਾਬੇ ਨੇ ਬਾਬਰ ਦੇ ਹੱਲੇ ਲਈ ਪੇਸ਼ੀਨ ਗੋਈ ਕੀਤੀ ਹੈ ਤੇ ਫਿਰ ਉਸ ਦੀ ਲੁੱਟ-ਕੁੱਟ ਦਾ ਹਾਲ ਵਰਤਿੰਦਾ ਅੱਖੀ ਡਿੱਠਾ ਦੱਸਿਆ ਹੈ। ਪਹਿਲੋਂ ਭਵਿੱਖਤ ਵਾਕ ਇਉਂ ਵੀ ਕਹੇ ਹੋਏ ਹਨ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਸ ਤੋਂ ਸਾਫ਼ ਹੈ ਕਿ ਅਗੰਮ ਦੀ ਗੱਲ ਕਹਿਣ ਲੱਗੇ ਹਨ। ਫਿਰ ਜੋ ਹੋਣੀ ਹੈ ਦੱਸਦੇ ਦੱਸਦੇ ਆਖਦੇ ਹਨ, ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲਸੀ ਬੋਲਾ। ਇਹਨਾਂ ਤੁਕਾਂ ਤੋਂ ਵੀ ਪਤਾ ਲੱਗ ਗਿਆ ਕਿ ਗੁਰੂ ਸਾਹਿਬ ਜੀ ਬਾਬਰ ਦੇ ਆਉਣ ਤੋਂ ਪਹਿਲਾਂ ਵਾਕ ਕਹਿ ਰਹੇ ਹਨ, ਜਿਸ ਤੋਂ ਸਿੱਧ ਹੋਇਆ ਕਿ ਆਪ ਇਸ ਤੋਂ ਪਹਿਲੇ ਅਵਤਾਰ ਧਾਰ ਚੁੱਕੇ ਸੀ। ਨਾਲੇ ਆਪ ਗੁਰਿਆਈ ਦਾ ਕੰਮ ਆਰੰਭ ਕਰ ਚੁੱਕੇ ਸੀ ਔਰ ਇਲਹਾਮ ਵਾਲੇ, ਅਗੰਮ ਵਾਚਨ ਵਾਲੇ ਮਹਾਂਪੁਰਖ ਸੀ। ਇਸ ਤੋਂ ਅਨੁਮਾਨ ਹੁੰਦਾ ਹੈ ਕਿ ਇਹ ਵਾਕ ਕਹਿਣ ਵੇਲੇ ਉਹਨਾਂ ਦੀ ਅਵਸਥਾ ਬਾਲ ਜਾਂ ਯੁਵਾ ਤੋਂ ਵਡੇਰੀ ਸੀ। ਬਾਬਰ 78 ਸੰਮਤ ਵਿੱਚ ਆਵੇਗਾ, ਇਹ ਗੱਲ ਸਤਿਗੁਰੂ ਨੇ ਪਹਿਲੋਂ ਦੱਸੀ ਸੀ। ਯਥਾ ਆਨ 7800 ਸੰਮਤ 1578 ਬੀਸਵੀਂ ਤੋਂ ਪਹਿਲੋਂ ਸਤਿਗੁਰੂ ਸੰਸਾਰ ਵਿੱਚ ਵਿਚਰ ਰਹੇ ਸਨ। ਸੋ ਨਿਯਤ ਹੋ ਗਿਆ ਕਿ ਗੁਰੂ ਬਾਬਾ ਜੀ ਦਾ ਸਮਾਂ 1578 ਬੀਸਵੀਂ ਤੋਂ ਪਹਿਲੋਂ ਸ਼ੁਰੂ ਹੋ ਗਿਆ ਸੀ। ਤੁਹਾਡੀ 10,000 ਵਾਲੀ ਗੱਲ ਰਹਿ ਗਈ। ਪਿਤਾ, ਸ਼ਾਬਾਸ਼ ਬੇਟਾ, ਬਹੁਤ ਅੱਛੀ ਖੋਜ ਕੀਤੀ। ਭੈਣ, ਭਲਾ ਬਾਬਰ ਕੌਣ ਸੀ ਤੇ ਕਿੱਥੋਂ ਆਇਆ ਸੀ? ਭਰਾ, ਬਾਬਰ ਮੁਗਲ ਸੀ ਤੇ ਤਦੋਂ ਖੁਰਾਸਾਨ ਸੰਭਾਲ ਕੇ ਆ ਰਿਹਾ ਸੀ। ਯਥਾ ਖੁਰਾਸਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਫਿਰ ਗੁਰੂ ਜੀ ਨੇ ਬਾਬਰ ਦੀ ਪਠਾਨਾਂ ਨਾਲ ਲੜਾਈ ਤੇ ਕਤਲੇਆਮ ਦੇ ਹਾਲ ਅੱਖੀ ਡਿੱਠੇ ਲਿਖੇ ਹਨ। ਬਾਬਰ ਵਾਣੀ ਫਿਰ ਗਈ, ਕੁੰਵਰ ਨਾ ਰੋਟੀ ਖਾਏ, ਪੁਨਾ ਮਹਿਲਾ ਅੰਦਰ ਹੋਦੀਆਂ, ਹੁਣ ਬਹਿਣ ਨਾ ਮਿਲਣ ਹਦੂਰ। ਬਾਬਰ ਜਦੋਂ ਸੈਦਪੁਰ ਦੀ ਕਤਲੇਆਮ ਕਰਕੇ ਟੁਰ ਗਿਆ, ਤਦੋਂ ਦਾ ਹਾਲ ਵੀ ਸਤਿਗੁਰੂ ਨੇ ਕਾਂ ਸੋ ਖੇਲ ਤਬੇਲਾ ਘੋੜੇ ਕਹਾਂ ਪੇਰੀ ਸਹਿਨਾਈ ਵਾਲੇ ਸ਼ਬਦ ਵਿੱਚ ਦੱਸਿਆ ਹੈ। ਸਗੋਂ ਸ਼ਬਦਾਂ ਤੋਂ ਇੱਕ ਹੋਰ ਪਤਾ ਵੀ ਲੱਗਦਾ ਹੈ ਕਿ ਪਠਾਣਾ ਪਾਸ ਜੋ ਹਿੰਦ ਦੇ ਰਾਜੇ ਸਨ, ਬੰਦੂਕਾਂ ਨਹੀਂ ਸਨ। ਉਹਨਾਂ ਹਾਥੀਆਂ ਦੀ ਫੌਜ ਚੜਾਈ ਸੀ, ਉਹਨਾਂ ਪਾਸ ਕੇਵਲ ਤੀਰ ਸਨ, ਪਰ ਮੁਗਲਾਂ ਪਾਸ ਬੰਦੂਕਾਂ ਸਨ ਤੇ ਉਹਨਾਂ ਬੰਦੂਕਾਂ ਨਾਲ ਫਤਿਹ ਪਾਈ। ਮੁਗਲ ਪਠਾਣਾ ਪਈ ਲੜਾਈ, ਰਣ ਮੇ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ, ਓਨੀ ਹਸਤ ਚੜਾਈ। ਸੋ ਬਾਬਰ ਦੇ ਆਉਣ ਤੋਂ ਪਹਿਲੇ, ਉਸ ਦੇ ਹਮਲੇ ਵੇਲੇ ਤੇ ਮਗਰੋਂ ਸਤਿਗੁਰੂ ਜੀ ਮਨੁੱਖ ਜਾਮੇ ਵਿੱਚ ਪੰਜਾਬ ਵਿੱਚ ਵਿਚਰ ਰਹੇ ਸਨ। ਭੈਣ, ਤੇ ਸਤਿਗੁਰੂ ਨੇ ਇਹ ਹਾਲ ਤਵਾਰਿਖੀ ਕਿਉਂ ਲਿਖੇ? ਵੀਰ, ਇਹਨਾਂ ਸ਼ਬਦਾਂ ਤੋਂ ਮਾਲੂਮ ਹੁੰਦਾ ਹੈ ਕਿ ਦੇਸ਼ ਵਿੱਚ ਪਾਪ ਸੀ,
ਪਠਾਨ ਅਯਾਸ਼ ਤੇ ਦੰਡ ਯੋਗ ਸਨ। ਪ੍ਰਜਾ ਮੂਰਖ ਤੇ ਗਿਰੀ ਹੋਈ ਸੀ। ਸਤਿਗੁਰੂ ਨੇ ਦੱਸਿਆ ਹੈ ਕਿ ਪਾਪਾਂ ਦਾ ਫਲ ਦੇਣ ਲਈ ਜੰਮ ਰੂਪ ਮੁਗਲ ਆਇਆ। ਸਤਿਗੁਰੂ ਜੀ ਨੇ ਰਜ਼ਾ ਤੇ ਪਾਪ ਦੰਡ ਦਾ ਜ਼ਿਕਰ ਕਰਦੇ ਇਹ ਵਾਕਿਆ ਦੱਸੇ ਹਨ ਤੇ ਬਾਬਰ ਦੇ ਕਤਲੇਆਮ ਜ਼ੁਲਮਾਂ ਪਰ ਉਸ ਨੂੰ ਕੋਸਿਆ ਹੈ ਤੇ ਆਪਣੇ ਦਰਦਮੰਦ ਦਿਲ ਦਾ ਦਰਦ ਅਨੁਭਵ ਹਮਦਰਦੀ ਪਿਆਰ ਵਿੱਚ ਵਰਣਨ ਕੀਤਾ ਹੈ। ਭੈਣ, ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਨਾਨਕ ਦੇਵ ਜੀ ਇੱਕ ਸੁਧਾਰਕ ਮਾਤਰ ਸਨ ਜਾਂ ਵਾਹਿਗੁਰੂ ਜੀ ਦੇ ਗਿਆਨ ਨੂੰ ਧੂਰੋਂ ਪ੍ਰਾਪਤ ਗੁਰੂ ਅਵਤਾਰ ਸਨ? ਵੀ ਆਪ ਵਾਹਿਗੁਰੂ ਨਾਲ ਅੱਠੇ ਪੈਰ ਜੁੜੇ, ਕਦੇ ਨਾ ਵਿਛੜੇ, ਸਦਾ ਉਸ ਦੇ ਉੱਚੇ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਧੁਰ ਤੋਂ ਆਏ ਗੁਰੂ ਅਵਤਾਰ ਸੀ। ਉਹ ਆਪ ਸਾਨੂੰ ਦੱਸਦੇ ਹਨ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਭੈਣ, ਗੁਰੂ ਨਾਨਕ ਦੇਵ ਜੀ ਦਾ ਗੁਰੂ ਕੌਣ ਸੀ? ਵੀ ਸਤਿਗੁਰੂ ਆਪ ਦੱਸਦੇ ਹਨ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਉ। ਅਰਥਾਤ ਉਹਨਾਂ ਦਾ ਗੁਰੂ ਵਾਹਿਗੁਰੂ ਸੀ। ਭੈਣ, ਕੀ ਜਾਣੀਏ ਕੋਈ ਮਨੁੱਖ ਵੀ ਉਹਨਾਂ ਦਾ ਗੁਰੂ ਹੋਵੇ? ਵੀਰ, ਬੀਬੀ, ਸਤਿਗੁਰੂ ਦੱਸਦੇ ਹਨ ਕਿ ਮੇਰੇ ਸਾਹਮਣੇ ਗਲੀਚਾ ਵਿਛਾ ਕੇ ਬੈਠਣ ਵਾਲਾ ਕੋਈ ਨਹੀਂ, ਭਾਵ ਕੋਈ ਆਦਮੀ ਐਸਾ ਨਹੀਂ ਜਿਸ ਦੇ ਅੱਗੇ ਮੈਂ ਸਿੱਖੀ ਕਮਾਈ ਹੋਵੇ। ਇਹ ਮੁਹਾਵਰਾ ਹੈ ਕਿ ਜੋ ਕਿਸੇ ਦੇ ਸਾਹਮਣੇ ਦੁਲੀਚਾ ਵਿਛਾ ਕੇ ਬੈਠੇ ਉਹ ਪੂਜੇ ਜਾਂ ਗੁਰੂ ਹੁੰਦਾ ਹੈ। ਦੇਖੋ, ਬੀਜੋ ਸੂਜੇ ਕੋ ਨਹੀਂ, ਬਹੇ ਦੁਲੀਚਾ ਪਾਏ, ਨਰਕ ਨਿਵਾਰਨ ਨਰਹੇ, ਨਰ ਸਾਚੋ ਸਾਚੇ ਨਾਏ। ਭੈਣ, ਸਤਿਗੁਰੂ ਜੀ ਸਾਰੀ ਉਮਰ ਆਪਣੇ ਦੇਸ਼ ਬੈਠੇ ਰਹੇ ਕਿ ਜਗਤ ਵਿੱਚ ਫਿਰਦੇ ਰਹੇ। ਵੀਰ, ਗੁਰਬਾਣੀ ਤੋਂ ਪਤਾ ਲੱਗਦਾ ਹੈ ਕਿ ਆਪ ਬਹੁਤ ਫਿਰੇ ਤੇ ਜਗਤ ਉਧਾਰਿਆ। ਜੈਸੇ ਮਹਾਰਾਜ ਜੀ ਦੱਸਦੇ ਹਨ, ਤਟ ਤੀਰਥ ਹਮ ਨਵਖੰਡ ਦੇਖੇ, ਹੱਠ ਪਟਣ ਬਾਜ਼ਾਰਾ। ਭੈਣ, ਸਤਿਗੁਰੂ ਜੀ ਆਪਣੇ ਆਪ ਨੂੰ ਦਾਸ ਤੇ ਨੀਵਾਂ ਕਹਿੰਦੇ ਰਹੇ ਹਨ। ਗੁਰੂ ਕਿੱਕੂ ਹੋਏ? ਵੀਰ, ਪਰਮੇਸ਼ਰ ਨੇ ਗੁਰੂ ਥਾਪ ਕੇ ਘੱਲਿਆ ਸੀ ਤੇ ਸਾਰੇ ਲੋਕ ਉਹਨਾਂ ਨੂੰ ਗੁਰੂ ਤਦੋਂ ਹੀ ਆਖਦੇ ਸੀ। ਦੇਖੋ, ਕੱਲ ਨਾਮੇ ਕਵੀ ਉਹਨਾਂ ਨੂੰ ਆਪਣੇ ਸਵਈਆ ਵਿੱਚ ਪਰਮ ਗੁਰੂ ਤੇ ਪਰਮਾਣ ਨਾਨਕ ਗੁਰੂ ਲਿਖਦੇ ਹਨ। ਫਿਰ ਬਾਕੀ ਪਾਤਸ਼ਾਹੀਆਂ ਨੇ ਜਦ ਸ਼ਬਦ ਤੇ ਸ਼ਲੋਕ ਦੇ ਅਖੀਰ ਨਾਨਕ ਲਿਖਿਆ ਹੈ ਤਾਂ ਆਪਣੀ ਛਾਪ ਦਿੱਤੀ ਹੈ, ਪਰ ਜਿੱਥੇ ਕਿਤੇ ਗੁਰੂ ਨਾਨਕ ਪਦ ਲਿਖਿਆ ਹੈ ਉੱਥੇ ਸਤਿਗੁਰੂ ਨਾਨਕ ਨੂੰ ਗੁਰੂ ਆਖਿਆ ਹੈ। ਯਥਾ ਦਿਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਉ, ਤਿਨਕੋ ਕਿਆ ਉਪਦੇਸੀਏ, ਜਿਨ ਗੁਰੂ ਨਾਨਕ ਦੇਉ। ਗੁਰ ਗੋਬਿੰਦ ਗੋਪਾਲ ਗੁਰ, ਗੁਰ ਪੂਰਨ ਨਾਰਾਇਣ ਹੈ, ਗੁਰ ਦਿਆਲ ਸਮਰੱਥ ਗੁਰ, ਗੁਰੂ ਨਾਨਕ ਪਤਿਤ ਉਦਾਹਰਣ ਹੈ। ਅੱਜ ਮੈਂ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੀ ਦੇਣੇ ਹਨ। ਸੁਣੋ, ਉੱਥੇ ਲਿਖਿਆ ਹੈ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਤਿਗੁਰੂ ਨਾਨਕ ਦੇਵ ਜੀ ਸਭ ਤੋਂ ਵੱਡੇ ਹਨ। ਜਿਨ੍ਹਾਂ ਸੰਸਾਰ ਵਿੱਚ ਜਨ ਜਾਂ ਹਰੀਜਨ ਪੈਗੰਬਰ ਅਵਤਾਰ ਹੋਏ ਹਨ, ਉਹ ਸਭਨਾਂ ਤੋਂ ਵੱਡੇ ਹੋਏ ਹਨ। ਪਰ ਸਾਲ ਤੁਸਾਂ ਤੇ ਮੈਂ ਖਾਲਸਾ ਸਮਾਚਾਰ ਦੇ ਸਿਰੇ ਦਾ ਲੇਖ ਪੜ੍ਹਿਆ ਸੀ, ਜਿਸ ਵਿੱਚ ਇਹ ਗੱਲ ਸਾਬਤ ਕੀਤੀ ਗਈ ਸੀ ਕਿ ਗੁਰੂ ਨਾਨਕ ਸਭ ਤੋਂ ਵੱਡੇ ਹਨ। ਉਹ ਐਸੇ ਤੁਕ ਦੀ ਵਿਆਖਿਆ ਸੀ। ਫਿਰ ਪੰਜਵੇਂ ਸਤਿਗੁਰਾਂ ਨੇ ਸਾਰੇ ਭਗਤਾਂ ਨੂੰ ਗਿਣ ਕੇ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਗੋਵਿੰਦ ਰੂਪ ਕਿਹਾ ਹੈ। ਭੈਣ, ਵੀਰ ਜੀ, ਗੁਰੂ ਨਾਨਕ ਨੂੰ ਬਾਬਾ ਨਾਨਕ ਵੀ ਕਹਿੰਦੇ ਹਨ। ਇਹ ਬਾਬਾ ਅਲ ਪਿੱਛੋਂ ਮੁਸਲਮਾਨਾਂ ਨੇ ਪਾਈ ਹੈ। ਵੀਰ, ਨਹੀਂ ਭੈਣ ਜੀ, ਸਤਿਗੁਰੂ ਦੇ ਸਮੇਂ ਲੋਕੀ ਉਹਨਾਂ ਨੂੰ ਗੁਰੂ ਜੀ ਤੇ ਬਾਬਾ ਜੀ ਆਖਦੇ ਸਨ। ਤੁਰਕੀ ਜ਼ੁਬਾਨ ਵਿੱਚ ਬਾਬਾ ਪਿਤਾ ਨੂੰ, ਸਤਿਕਾਰਯੋਗ ਨੂੰ, ਬਜ਼ੁਰਗ ਨੂੰ ਆਖਦੇ ਹਨ। ਗੁਰੂ ਨਾਨਕ ਨੂੰ ਬਾਬਾ ਪਹਿਲੀ ਵੇਰ ਬਾਬਰ ਪਾਤਸ਼ਾਹ ਨੇ ਸੱਦਿਆ ਸੀ, ਜੋ ਉਹਨਾਂ ਦੀ ਅਲੂਹੀਅਤ ਦਾ ਕਾਇਲ ਹੋਇਆ ਤੇ ਉਹਨਾਂ ਦੀ ਸਿਫਾਰਿਸ਼ ਪਰ ਸੈਦਪੁਰ ਦੀ ਕਤਲ ਤੇ ਕੈਦ ਬੰਦ ਕੀਤੀ। ਪਰ ਬਾਹਰ ਦੀ ਗੱਲ ਤੁਸਾਂ ਸੁਣਨੀ ਨਹੀਂ, ਸੋ ਗੁਰਬਾਣੀ ਦੀ ਅੰਦਰਲੀ ਉਗਾਈ ਸਾਨੂੰ ਇੰਨੀ ਮਿਲਦੀ ਹੈ ਕਿ ਸਤਿਗੁਰੂ ਨੂੰ ਲੋਕੀ ਬਾਬਾ ਤਦੋਂ ਕਹਿੰਦੇ ਹੁੰਦੇ ਸਨ। ਯਥਾ ਹੋ ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ। ਇਹ ਤੁਕ ਗੌੜੀ ਵਿੱਚ ਸਤਿਗੁਰੂ ਜੀ ਦੀ ਆਪਣੀ ਹੈ ਤੇ ਸਾਫ਼ ਹੈ ਕਿ ਲੋਕੀ ਉਹਨਾਂ ਨੂੰ ਬਾਬਾ ਅਰਥਾਤ ਬਜ਼ੁਰਗ, ਪਿਤਾ, ਸਤਿਕਾਰਯੋਗ ਉਦੋਂ ਸੱਦਦੇ ਸਨ। ਅੱਜ ਕੱਲ੍ਹ ਬਾਬਾ ਦਾਦੇ ਨੂੰ ਕਹਿੰਦੇ ਹਨ, ਪਰ ਤਦੋਂ ਨਵੇਂ ਤੁਰਕ ਆਏ ਸਨ ਤੇ ਉਹਨਾਂ ਦਾ ਇਹ ਲਫ਼ਜ਼ ਡਾਢੇ ਹੀ ਸਤਿਕਾਰ ਨਾਲ ਬੜੇ ਬਜ਼ੁਰਗ ਲਈ ਤੱਕ ਕੇ ਤੁਰਕਾਂ ਨੇ ਗੁਰੂ ਜੀ ਲਈ ਵਰਤਿਆ ਸੀ। ਭੈਣ, ਤੁਸੀਂ ਕਹਿੰਦੇ ਹੋ ਗੁਰੂ ਨਾਨਕ ਦਾ ਗੁਰੂ ਰੱਬ ਹੈ। ਭਲਾ ਕਦੇ ਰੱਬ ਨੇ ਗੁਰੂ ਨਾਨਕ ਨੂੰ ਪਾਸ ਬਹਾਲ ਕੇ ਨਾਮ ਦਿੱਤਾ ਤੇ ਕਦੇ ਆਖਿਆ, ਤੂੰ ਇਸ ਦਾ ਪਸਾਓ ਕਰ ਤੇ ਸ੍ਰਿਸ਼ਟੀ ਨੂੰ ਤਾਰ। ਵੀ ਸਤਿਗੁਰੂ ਆਏ ਹੀ ਸੱਚੇ ਲੋਕ ਤੋਂ ਤੇ ਵਾਹਿਗੁਰੂ ਦੀ ਜੋਤ ਵਿੱਚੋਂ ਸਨ, ਪਰ ਇਸ ਦੇਹੀ ਵਿੱਚ ਆ ਕੇ ਵੀ ਦਰਗਾਹੇ ਗਏ ਹਨ ਤੇ ਵਾਹਿਗੁਰੂ ਨੇ ਨਾਮ ਦਾਨ ਦਿੱਤਾ ਤੇ ਗੁਰੂ ਪਦ ਤੇ ਥਾਪਿਆ ਸੀ।
ਭੈਣ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੱਸੋ, ਜਨਮ ਸਾਖੀ ਵਿੱਚੋਂ ਨਾ ਦੱਸਣਾ। ਅੱਜ ਇਹੋ ਨੇਮ ਰੱਖੋ। ਵੀਰ, ਲਓ ਸੁਣੋ, ਜੈਸਾ ਕਿ ਉਹ ਆਪ ਦੱਸਦੇ ਹਨ। ਹੋ ਢਾਡੀ ਵੇਕਾਰ ਕਾਰੇ ਲਾਇਆ, ਰਾਤ ਦੇਹਕੈ ਵਾਰ ਤੁਰੋ ਫੁਰਮਾਇਆ। ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਦਾ ਰਜ ਤਿਨ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾਹੇ ਪੂਰਾ ਪਾਇਆ। ਇਸ ਵਿੱਚ ਸਾਫ਼ ਦੱਸਿਆ ਹੈ ਕਿ ਮੈਨੂੰ ਢਾਡੀ ਮਾਲਕ ਨੇ ਆਪਣੇ ਸੱਚੇ ਮਹਿਲ ਵਿੱਚ ਬੁਲਾਇਆ, ਆਪਣੇ ਸੱਚੇ ਅੰਮ੍ਰਿਤ ਨਾਮ ਦਾ ਤੇ ਸਿਫਤ ਸਲਾਹ ਦਾ ਸੱਚਾ ਸਿਰੋਂ ਪਾਓ ਮੈਨੂੰ ਦਿੱਤਾ। ਧੁਰੋਂ ਫੁਰਮਾਨ ਕੀਤਾ ਕਿ ਦਿਨੇ ਰਾਤ ਰੋਜ਼ ਜਪ। ਹੁਣ ਮੈਂ ਉਸ ਦਾ ਪ੍ਰਚਾਰ ਕਰਦਾ ਹਾਂ। ਵਾਹਿਗੁਰੂ ਨਾਲ ਮੇਲ ਹੋਣ ਦਾ, ਹਜ਼ੂਰੀ ਦੇ ਪ੍ਰਤੱਖ ਹੋਣ ਦਾ ਤੇ ਬਖਸ਼ਿਸ਼ ਪ੍ਰਾਪਤੀ ਦੀ ਅਕਹਿ ਅਵਸਥਾ ਨੂੰ ਸਾਡੀ ਸਮਝ ਲਈ ਕੈਸਾ ਸਪਸ਼ਟ ਦੱਸਿਆ ਹੈ। ਪਿਤਾ, ਸ਼ਾਬਾਸ਼ ਬੇਟਾ ਜੀਓ। ਭੈਣ, ਸਤਿਗੁਰੂ ਜੀ ਤੜਕੇ ਜਾਗਦੇ ਸਨ ਕਿ ਦਿਨ ਚੜ੍ਹੇ। ਵੀਰ, ਪਹਿਰ ਰਾਤ ਰਹਿੰਦੀ ਦੇ ਲਗਭਗ। ਅੰਮ੍ਰਿਤ ਵੇਲਾ ਇਸ ਸਮੇਂ ਦਾ ਨਾਉਂ ਹੀ ਗੁਰੂ ਨਾਨਕ ਦੇਵ ਜੀ ਨੇ ਰੱਖਿਆ ਹੈ। ਉਂਝ 8 ਪਹਿਰ ਸਤਿਗੁਰੂ ਨੇ ਸਾਈਂ ਆਰਾਧਿਆ ਹੈ। ਜੈਸਾ ਪੰਜਵੇਂ ਗੁਰਾਂ ਨੇ ਦੱਸਿਆ ਹੈ, ਸਭੇ ਵਕਤ ਸਭੇ ਘਰ ਵੇਲਾ, ਖਾਲਕ ਯਾਦ ਦਿਲੇ ਮਹਿ ਮੌਲਾ। ਤੇ ਆਦਿ ਪਾਤਸ਼ਾਹੀ ਨੇ ਆਪੇ ਕਿਹਾ ਹੈ, ਸਭੇ ਵੇਲਾ ਵਕਤ ਸਭ ਜੇ 8 ਭੋ ਹੋਏ। ਅਰਥਾਤ ਹਰ ਵੇਲੇ 8 ਪਹਿਰ ਰੱਬ ਦੇ ਭੋ ਵਿੱਚ ਰਹੋ। ਪਰ ਅੰਮ੍ਰਿਤ ਵੇਲੇ ਨੂੰ ਸਤਿਗੁਰੂ ਨੇ ਖਾਸ ਲਿਵਲੀਨਤਾ ਲਈ ਰੱਖਿਆ। ਨਾਉ ਪ੍ਰਭਾਤੇ ਸ਼ਬਦ ਧਿਆਈਏ, ਛੋਡੋ ਦੁਨੀ ਪਰੀਤਾ। ਸਬਾਹੀ ਸਾਲਾਹ ਜਿਨੀ ਧਿਆਇਆ ਇੱਕ ਮਨ, ਸੇਈ ਪੂਰੇ ਸਾ ਵਕਤੈ ਉੱਪਰ ਲੜ ਮੂਏ। ਪੁਨਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਇਹ ਵਰਤਨ ਗੁਰੂ ਅੰਗਦ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਤੇ ਸਾਨੂੰ ਦੱਸੀ ਹੈ। ਚੌਥੇ ਪੈਰ ਸਭਾ ਕੈ ਸੁਰਤਿਆ ਉਪਜੇ ਚਾਓ, ਤਿਨਾ ਦਰਿਆਵਾ ਸਿਓ ਦੋਸਤੀ ਮਨਮੁਖ ਸੱਚਾ ਨਾਉ। ਭੈਣ, ਹੋਰ ਵੀ ਕਿਵੇਂ ਪਤਾ ਲੱਗਦਾ ਹੈ ਕਿ ਸਤਿਗੁਰੂ ਅੰਮ੍ਰਿਤ ਵੇਲੇ ਦੇ ਪ੍ਰੇਮੀ ਸਨ। ਵੀਰ, ਗੁਰੂ ਨਾਨਕ ਦੇਵ ਜੀ ਦੀ ਬਾਣੀ ਸਭ ਤੋਂ ਵਧੇਕ ਆਸਾ ਰਾਗ ਵਿੱਚ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਆਸਾ ਰਾਗ ਉਹਨਾਂ ਨੂੰ ਬਹੁਤ ਸੁਹਾਉਂਦਾ ਸੀ ਤੇ ਆਸਾ ਰਾਗ ਆਪਣਾ ਪੂਰਾ ਸੁਹਾਓ ਅੰਮ੍ਰਿਤ ਵੇਲੇ ਦਿੰਦਾ ਹੈ। ਸੋ ਇਸ ਦੇ ਗਾਉਣ ਜਾਂ ਸੁਣਨ ਲਈ ਅੰਮ੍ਰਿਤ ਵੇਲੇ ਜਾਗਣਾ ਜ਼ਰੂਰੀ ਹੈ। ਇਸ ਕਰਕੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਜਾਗਦੇ ਤੇ ਸੰਗਤਾਂ ਸਿੱਖਾਂ ਨੂੰ ਇਹ ਵੇਲਾ ਵਾਹਿਗੁਰੂ ਵਿੱਚ ਲੀਨ ਹੋਣ ਲਈ ਦੱਸਦੇ ਸੀ। ਮੇਰੀ ਜਾਚੇ ਤਾਂ ਆਸਾ ਰਾਗ ਬਣਾਇਆ ਹੀ ਗੁਰੂ ਜੀ ਨੇ ਸੀ। ਮੈਂ ਇੱਕ ਗਵਈਏ ਤੋਂ ਪਤਾ ਕੀਤਾ ਸੀ, ਉਹ ਦੱਸਦਾ ਸੀ ਕਿ ਇਹ ਰਾਗ ਗੁਰੂ ਨਾਨਕ ਦੇਵ ਜੀ ਤੋਂ ਪਹਿਲੇ ਦੇ ਸੰਗੀਤ ਗ੍ਰੰਥਾਂ ਵਿੱਚ ਮੈਂ ਨਹੀਂ ਵੇਖਿਆ। ਭੈਣ, ਸਤਿਗੁਰੂ ਜੀ ਵਾਹਿਗੁਰੂ ਦੇ ਇਕੱਲੇ ਪੂਰਨ ਗੁਰੂ ਅਵਤਾਰ ਤੇ ਭਗਤ ਸਨ, ਪਰ ਬਾਣੀ ਰਚਨ ਕਰਕੇ ਅਸੀਂ ਉਹਨਾਂ ਨੂੰ ਕਵੀ ਵੀ ਕਹਿ ਸਕਦੇ ਹਾਂ। ਵੀਰ ਜੀ, ਗੁਰੂ ਜੀ ਨੇ ਆਪ ਆਪਣੇ ਆਪ ਨੂੰ ਸ਼ਾਇਰ ਕਿਹਾ ਹੈ। ਨਾਨਕ ਸ਼ਾਇਰ ਏਵ ਕਹਿਤ ਹੈ, ਸੱਚੇ ਪਰਵਦਗਾਰਾ। ਜਿਸ ਦਾ ਮਸਤਕ ਵਾਹਿਗੁਰੂ ਦੇ ਦਰ ਠੇਕਦਾ ਹੈ ਤੇ ਉੱਥੋਂ ਇਲਾਹੀ ਝਰਨਾਟ ਨਾਲ ਅਕਹਿ ਭਾਵਾਂ ਵਿੱਚ ਥਰਰਾ ਉੱਠਦਾ ਹੈ ਤੇ ਫਿਰ ਉਹਨਾਂ ਭਾਵਾਂ ਨੂੰ ਰੰਗ ਰਤੀ ਬੋਲੀ ਵਿੱਚ ਗਾਉਂਦਾ ਹੈ, ਉਹ ਅਸਲ ਸ਼ਾਇਰ ਹੈ, ਉਹ ਸੰਪੂਰਨ ਕਵੀ ਹੈ। ਅਸਲ ਕਵੀ ਹੀ ਉਹ ਹੈ ਜੋ ਦਿਸਦੇ ਸੰਸਾਰ ਨੂੰ ਅਣਦਿਸਦੇ ਨਾਲ ਜੋੜੀ ਰੱਖਦਾ ਹੈ, ਅਣਦਿਸਦੇ ਰਸਾਂ ਦਾ ਵਿਕਾਸ ਕਰਦਾ ਰਹਿੰਦਾ ਹੈ। ਸਤਿਗੁਰੂ ਤਾਂ ਪੂਰਨ ਪਰਮੇਸ਼ਰ ਦੇ ਪਿਆਰੇ ਸਨ। ਉੱਚੀ ਕਵਿਤਾ ਉਹਨਾਂ ਦਾ ਸੁਭਾਅ ਸੀ। ਸੰਸਾਰ ਦੇ ਕਵੀ ਹਸਰਤ ਭਰੇ ਵਲਵਲੇ ਲਿਖਦੇ ਹਨ, ਝੀਣੀ ਬਾਣ ਤੇ ਉਦਾਸੀ ਰਚਨਾ ਰਚਦੇ ਹਨ। ਸਤਿਗੁਰੂ ਨੇ ਬਿਰਹੇ ਵਿਯੋਗ ਪਿਆਰ ਰਚ ਰਚ ਕੇ ਵੀ ਸਭ ਥਾਂ ਪੱਕੀ ਸੁੱਖ ਸੁਆਦ ਚੜ੍ਹਦੀ ਕਲਾ ਦੀ ਰੰਗਨ ਭਰੀ ਹੈ। ਇਹ ਕਵਿਤਾ ਦਾ ਰੰਗ ਕੇਵਲ ਗੁਰੂ ਨਾਨਕ ਵਿੱਚ ਹੈ। ਜਗਤ ਦੇ ਸਭ ਕਵੀ ਇੱਥੇ ਮਾਤ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖੀ ਸਾਹਿਬਾਂ ਦੀ ਬਾਣੀ ਤੋਂ ਇਹ ਗੱਲ ਸਪਸ਼ਟ ਹੈ। ਸ੍ਰੀ ਗੁਰੂ ਜੀ ਕੁਦਰਤ ਦੇ ਬੜੇ ਪਿਆਰੇ ਸਨ। ਕੁਦਰਤੀ ਜਲਵਿਆਂ ਨੂੰ ਵਰਣਨ ਕਰਦੇ ਹਨ। ਉਹਨਾਂ ਦੇ ਅਸਰ ਤੋਂ ਅਸਚਰਜ ਵਿੱਚੋਂ ਲੰਘ ਕੇ ਵਿਸਮਾਦ ਵਿੱਚ ਜਾਂਦੇ ਹਨ। ਉਸ ਦੀ ਸਿਫਤ ਸਲਾਹ ਵਿੱਚ ਰਚ ਕੇ ਕਰਤਾਰ ਵਿੱਚ ਲੀਨ ਹੋ ਜਾਂਦੇ ਹਨ। ਬਾਣੀ ਸਪਸ਼ਟ ਇਹ ਗੱਲ ਦੱਸ ਰਹੀ ਹੈ, ਜੈਸੇ ਆਸਾਂ ਦੀ ਵਾਰ ਵਿੱਚ ਵਿਸਮਾਦ ਦੀ ਪੌੜੀ ਤੇ ਹੋਰ ਥਾਂ ਥਾਂ ਪਾਠ ਹਨ, ਉਂਝ ਅੰਤਰ-ਆਤਮੇ ਦਾ ਉਹ ਹਰ ਛਿਨ ਸਾਈਂ ਨਾਲ ਅਵਿਰਲ ਮਿਲੇ ਰਹਿੰਦੇ ਸੀ। ਨਾਮ ਲਿਵ ਰਜ਼ਾ ਸਤਿਗੁਰੂ ਦੇ ਉਪਦੇਸ਼ਾਂ ਦਾ ਸਾਰ ਹੈ ਔਰ ਇਹ ਸਾਰੀ ਬ੍ਰਹਮ ਵਿਦਿਆ ਦੀ ਅਮਲੀ ਪ੍ਰਾਪਤੀ ਦਾ ਤਰੀਕਾ ਹੈ। ਨਿਰੋਲ ਵਾਹਿਗੁਰੂ ਨਾਲ ਜੁੜਨ ਦੀ ਇੱਕੋ ਅਮੋਲਕ ਗੱਲ ਸੰਪੂਰਨ ਹੈ ਤੇ ਹੋਰ ਸਾਧਨ ਤਰਲੇ ਤਰੀਕੇ ਕਸਰਾਂ ਵਾਲੇ ਹਨ। ਉਹ ਪ੍ਰੇਮ ਨਾਲ ਭਗਤੀ ਨਾਲ ਸਿਰੇ ਚੜ੍ਹਦੀ ਹੈ। ਪ੍ਰੇਮ ਸਿਮਰਨ ਨਾਲ ਮੋਲਦਾ ਹੈ, ਸਿਮਰਨ ਜਪ ਨਾਲ ਤੁਰਦਾ ਹੈ। ਨਿਰਮਲ ਭੈ ਪ੍ਰੇਮ ਅਨੰਨ ਭਗਤੀ ਇਹ ਉਹਨਾਂ ਦੀ ਬਾਣੀ ਦੇ ਮੁੱਖ ਲੱਛਣ ਹਨ।
ਦਿਸ ਰਹੇ ਪਦਾਰਥਾਂ ਬਾਬਤ ਉਹਨਾਂ ਦੇ ਦੱਸੇ ਖਿਆਲ ਠੀਕ ਸੀ। ਜੀਕੂ ਲੋਕੀ ਕਹਿੰਦੇ ਸੀ ਧਰਤੀ ਹੇਠ ਧੌਲ ਹੈ, ਸਤਿਗੁਰੂ ਨੇ ਕਿਹਾ ਹੈ ਇਹ ਗਲਤ ਹੈ। ਲੋਕਾਂ ਕਿਹਾ 7 ਆਕਾਸ਼ ਪਾਤਾਲ ਜਾਂ 14 ਤਬਕ ਹਨ, ਸਤਿਗੁਰੂ ਨੇ ਕਿਹਾ ਲੱਖਾਂ ਪਾਤਾਲ ਆਕਾਸ਼ ਹਨ। ਲੋਕਾਂ ਕਿਹਾ ਸੂਰਜ ਖੜਾ ਹੈ, ਕਿਸੇ ਕਿਹਾ ਧਰਤੀ ਖੜੀ ਹੈ। ਉਹ ਕਹਿੰਦੇ ਸਨ ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋੜੀ ਚਲਤ ਨਾ ਅੰਤ। ਤੁਹਾਨੂੰ ਉਸ ਦਿਨ ਮੈਂ ਸੁਣਾਇਆ ਸੀ ਕਿ ਪੱਛੋਂ ਵਿੱਚ ਕੋਮਲ ਉਨਰ ਤੇ ਸੁੰਦਰਤਾ ਬਾਬਤ ਕੈਸੇ ਸੋਹਣੇ ਖਿਆਲ ਹੁਣ ਮਿਲੇ ਹਨ ਤੇ ਉਹਨਾਂ ਨੇ ਜੋ ਅਸਚਰਜ ਦਾ ਪੱਖ ਲੱਭਿਆ ਹੈ, ਮੈਂ ਤੁਹਾਨੂੰ ਉਸ ਦੀ ਵਿਆਖਿਆ ਦੱਸੀ ਸੀ। ਪਰ ਇਹਨਾਂ ਦਾਣਿਆਂ ਦੇ ਜੰਮਣ ਤੋਂ ਪਹਿਲੋਂ ਅੱਜ ਤੋਂ ਲਗਭਗ 400 ਵਰ੍ਹਾਂ ਅੱਗੋਂ ਗੁਰੂ ਜੀ ਨੇ ਅਸਚਰਜ ਤੇ ਫਿਰ ਵਿਸਮਾਦ ਦੀ ਵਿਆਖਿਆ ਦੱਸੀ। ਆਸਾਂ ਦੀ ਵਾਰ ਵਿੱਚ ਇੱਕ ਪੌੜੀ ਵਿਸਮਾਦ ਪਰ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਗ੍ਹਾ ਜਗ੍ਹਾ ਜ਼ਿਕਰ ਹੈ। ਸਿਫਤ ਸਲਾਹ ਜੋ ਇਸੇ ਦੀ ਭੈਣ ਹੈ ਤੇ ਖੁਸ਼ੀ, ਆਨੰਦ, ਚੜ੍ਹਦੀਆਂ ਕਲਾਂ, ਸੂਰਤ ਦਾ ਰੰਗ ਰੱਤੇ ਰਹਿਣਾ ਜੋ ਇਸੇ ਪਰਿਵਾਰ ਦੇ ਹੀਰੇ ਹਨ, ਸਤਿਗੁਰੂ ਨੇ ਕੀਕੂ ਦੱਸੇ ਹਨ। ਇਸੇ ਤਰ੍ਹਾਂ ਮੈਂ ਤੁਹਾਨੂੰ ਸਤਿਗੁਰੂ ਦੀ ਕੁਦਰਤ ਤੇ ਹੋਂ ਬਾਬਤ ਫਿਲਾਸਫੀ ਦੱਸਾਂ, ਪਰ ਅੱਜ ਅਸੀਂ ਮਹਾਰਾਜ ਦੀ ਤਾਲੀਮ ਦੀ ਖੋਜ ਨਹੀਂ ਕਰਨੀ ਔਰ ਗੁਰਬਾਣੀ ਵਿੱਚੋਂ ਐਸੇ ਕਿਣਕੇ ਚੁਣਨੇ ਹਨ ਜਿਨ੍ਹਾਂ ਤੋਂ ਮਹਾਰਾਜ ਜੀ ਦੇ ਜੀਵਨ ਪਰ ਰੋਸ਼ਨੀ ਪੈ ਸਕੇ। ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।